ਧੰਨ ਵਾਹਿਗੁਰੂ ਜੀਓ। ਗੌੜੀ ਚੇਤੀ ਇੱਕ ਓੰਕਾਰ, ਸਤਿ ਗੁਰ ਪ੍ਰਸਾਦ। ਹਰ ਜਸ ਸੁਨਹਿ ਨਾ ਹਰ ਗੁਣ ਗਾਵਹਿ, ਬਾਤਨ ਹੀ ਅਸਮਾਨ ਗਿਰਾਵਹਿ। ਐਸੇ ਲੋਗਨ ਸਿਉ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਹਜ। ਤਿਨ ਤੇ ਸਦਾ ਡਰਾਨੇ ਰਹੀਐ ਰਹਾ। ਆਪ ਨ ਦੇਹਿ ਚੁਰੂ ਭਰ ਪਾਨੀ, ਤਿਹ ਨਿੰਦਹਿ ਜਿਹ ਗੰਗਾ ਯਾਨੀ। ਬੈਠਤ ਉਠਤ ਕੁਟਿਲਤਾ ਚਾਲਹਿ, ਆਪ ਗਏ ਔਰ ਅਨਹੂ ਘਾਲਹਿ। ਛਾੜ ਕੁਚਰਚਾ ਆਨ ਨ ਜਾਣਹਿ, ਬ੍ਰਹਮਾਹੂ ਕੋ ਕਹਿਓ ਨ ਮਾਨਹਿ। ਆਪ ਗਏ ਔਰ ਅਨਹੂ ਖੋਵਹਿ, ਆਗ ਲਗਾਏ ਮੰਦਰ ਮੈਂ ਸੋਵਹਿ। ਅਵਰਨ ਹਸਤ ਆਪ ਹੈ ਕਾਨੇ, ਤਿਨ ਕੋ ਦੇਖ ਕਬੀਰ ਲਜਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਦੀਨ ਦੁਨੀ ਦੇ ਮਾਲਕ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਸਤ ਸੰਗਤ ਰੂਪ ਵਿੱਚ ਗੁਰੂ ਦਰਬਾਰ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਆਪ ਜੀ ਨੇ ਬੜੀ ਇਕਾਗਰਤਾ ਅਤੇ ਸਤਿਕਾਰ ਸਹਿਤ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੇ ਹਨ। ਸੋ ਜਿਸ ਪਾਵਨ ਸ਼ਬਦ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 332 ਉੱਪਰ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਗੌੜੀ ਰਾਗ ਦੀ ਭਗਤ ਬਾਣੀ ਵਿੱਚ ਦਰਜ ਹੈ। ਸ਼ਬਦ ਉੱਪਰ ਸੰਖੇਪ ਮੰਗਲਾਚਰਨ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਪਰਿਪੂਰਨ ਪਰਮੇਸ਼ਰ ਪ੍ਰਭੂ ਵਾਹਿਗੁਰੂ ਅਕਾਲ ਪੁਰਖ ਇੱਕ ਹੈ। ਇੱਕ ਰਸ ਭਾਵ ਬਿਨਾਂ ਕਿਸੇ ਵਿਥ ਭੇਦ ਭਾਵ ਤੋਂ ਸਮੁੱਚੀ ਕਾਇਨਾਤ ਅਤੇ ਕੁਦਰਤ ਆਪਣੀ ਸਿਰਜਣਾ ਵਿੱਚ ਵਿਦਮਾਨ ਅਤੇ ਸਮਾਇਆ ਹੋਇਆ ਹੈ। ਉਸ ਵਾਹਿਗੁਰੂ ਦੀ ਹਸਤੀ ਸਦੀਵ ਕਾਲ ਕਾਇਮ ਰਹਿਣ ਵਾਲੀ ਹੈ। ਸਮੇਂ ਨਾਲ ਉਸ ਵਾਹਿਗੁਰੂ ਦੀ ਹਸਤੀ ਨੂੰ, ਉਹਦੇ ਵਜੂਦ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਸਮੇਂ ਤੋਂ ਬਾਹਰੀ ਚੀਜ਼ ਹੈ। ਪਾਤਸ਼ਾਹ ਜੀ ਫਰਮਾਉਂਦੇ ਹਨ, ਸੱਚੇ ਗੁਰੂ ਦੇ ਪ੍ਰਸਾਦ ਭਾਵ ਬਖਸ਼ਿਸ਼ ਨਾਲ, ਕਿਰਪਾ ਨਾਲ ਉਸ ਪਰਮੇਸ਼ਰ ਦੀ ਸੋਝੀ ਜੀਵਨ ਹੁੰਦੀ ਹੈ।
ਜੋ ਸ਼ਬਦ ਉੱਤੇ ਸਿਰਲੇਖ ਹੈ ਗੌੜੀ ਚੇਤੀ। ਗੌੜੀ ਰਾਗ ਵਿੱਚ ਚੇਤੀ ਗੌੜੀ ਦੀ ਇੱਕ ਕਿਸਮ ਹੈ, ਜਿਵੇਂ ਗੌੜੀ ਗੁਆਰੇਰੀ ਹੈ, ਗੌੜੀ ਬੈਰਾਗਣ ਹੈ। ਇਹ ਗੌੜੀ ਦੀਆਂ ਕਿਸਮਾਂ ਹਨ। ਸੋ ਇਸ ਨੂੰ ਗੌੜੀ ਚੇਤੀ ਵਿੱਚ ਗਾਉਣ ਦੀ ਸਤਿਗੁਰੂ ਜੀ ਨੇ ਸਿਰਲੇਖ ਵਿੱਚ ਪ੍ਰੇਰਣਾ ਕੀਤੀ। ਸ਼ਬਦ ਦਾ ਜੋ ਰਹਾਉ ਦਾ ਬੰਦ ਹੈ, ਵੈਸੇ ਸਮੁੱਚੇ ਸ਼ਬਦ ਨੂੰ ਧਿਆਨ ਗੋਚਰਾ ਕਰਦਿਆਂ ਜਦੋਂ ਵਿਚਾਰ ਸਹਿਤ ਆਪਾਂ ਪੜ੍ਹਦੇ ਹਾਂ, ਭਗਤ ਜੀ ਮਹਾਰਾਜ ਐਸੇ ਕਿਰਦਾਰ ਦੀ ਗੱਲ ਇਸ ਪਾਵਨ ਸ਼ਬਦ ਵਿੱਚ ਕਰਦੇ ਹਨ, ਜਿਹੜਾ ਕਿਰਦਾਰ ਸ਼ੇਖੀ ਖੋਰ ਹੈ। ਸ਼ੇਖੀ ਖੋਰ ਦਾ ਭਾਵ ਹੁੰਦਾ ਹੈ ਜਿਸ ਦੇ ਜੀਵਨ ਵਿੱਚ ਤਾਂ ਕੋਈ ਚੰਗੀ ਗੱਲ ਹੈ ਨਹੀਂ, ਨਾ ਉਸ ਦੇ ਮਨ ਹਿਰਦੇ ਵਿੱਚ ਕੋਈ ਚੰਗਿਆਈ ਹੈ, ਨਾ ਉਸਨੇ ਚੰਗਿਆਈ ਨੂੰ ਕਦੇ ਸੁਣਿਆ, ਨਾ ਚੰਗਿਆਈ ਬਾਰੇ ਉਹ ਜਾਣਦਾ ਹੈ, ਨਾ ਚੰਗਿਆਈ ਨੂੰ ਉਹਨੇ ਕਮਾਇਆ। ਪਰ ਗੱਲੀਂ ਬਾਤੀਂ ਉਹ ਆਪਣੇ ਆਪ ਨੂੰ ਬਹੁਤ ਪਹੁੰਚਿਆ ਹੋਇਆ, ਉੱਚੇ ਜੀਵਨ ਵਾਲਾ ਭੱਦਰ ਪੁਰਸ਼, ਜੋ ਵੀ ਕਹਿ ਲਓ ਵੀ ਹਰ ਚੰਗਾ ਟੈਗ ਉਹ ਆਪਣੇ ਨਾਲ ਜੋੜਦਾ, ਹਰ ਚੰਗੀ ਗੱਲ ਉਹ ਆਪਣੇ ਨਾਲ ਜੋੜਦਾ, ਹਰ ਚੰਗਿਆਈ ਦਾ ਕ੍ਰੈਡਿਟ ਉਹ ਖੁਦ ਨੂੰ ਦਿੰਦਾ। ਉਸ ਦੇ ਸੁਭਾਅ ਦੇ ਵਿੱਚ ਇਹ ਚੀਜ਼ ਹੁੰਦੀ ਹੈ, ਗੱਲ ਨੂੰ ਉਨੀ ਕੁ ਗੱਲ ਤੋਂ ਬਹੁਤ ਵੱਡੀ ਬਣਾ ਕੇ ਪੇਸ਼ ਕਰਨਾ। ਇਹ ਮਾਮੂਲੀ ਜਿਹੀ ਗੱਲ ਹੈ, ਉਹ ਵੀ ਨਹੀਂ ਹੈ, ਉਸ ਦਾ ਵੀ ਵਜੂਦ ਨਹੀਂ ਹੈ, ਪਰ ਉਸ ਨੂੰ ਇੰਨਾ ਵੱਡਾ ਬਣਾ ਕੇ ਪੇਸ਼ ਕਰਨਾ ਹੈ ਜਿਵੇਂ ਸਾਰਾ ਕੁਝ ਮੇਰੇ ਦਰੋਂ ਮਦਾਰ ਉੱਤੇ ਖੜਾ ਹੈ। ਫਿਰ ਉਸ ਦਾ ਇੱਕ ਸੁਭਾਅ ਇਹ ਵੀ ਹੈ ਕਿ ਜਿਹੜਾ ਦੂਸਰਾ ਮਨੁੱਖ ਹੈ, ਮਾਨੋ ਕੋਈ ਚੰਗਾ ਹੈ, ਕੋਈ ਭਲਾ ਹੈ, ਉਸ ਨੂੰ ਉਸਨੇ ਨੀਵਾਂ ਵਿਖਾਉਣ ਦਾ ਯਤਨ ਕਰਨਾ ਹੈ ਤਾਂ ਕਿ ਉਹਦੇ ਪੈਰਾਲਲ, ਉਹਦੇ ਬਰਾਬਰ ਖੜਾ ਹੋ ਕੇ ਉਹ ਆਪਣੇ ਆਪ ਨੂੰ ਇੱਕ ਧਿਰ ਵਜੋਂ ਸਾਬਤ ਕਰ ਸਕੇ ਵੀ ਮੈਂ ਵੀ ਹਾਂ। ਐਸਾ ਬੰਦਾ ਜਿਹੜਾ ਕਿਸੇ ਨਖਿੱਧ ਆਦਮੀ ਨਾਲ ਝਗੜਾ ਨਹੀਂ ਕਰੇਗਾ, ਕਿਉਂਕਿ ਉਹ ਖੁਦ ਵੀ ਨਖਿੱਧ ਹੁੰਦਾ ਹੈ। ਉਹਦਾ ਪਰਪਸ, ਉਹਦਾ ਮਕਸਦ ਹੁੰਦਾ ਹੈ ਆਪਣੇ ਆਪ ਨੂੰ ਸਾਬਤ ਕਰਨਾ ਕਿਸੇ ਦੇ ਸਾਹਮਣੇ। ਇਸ ਲਈ ਉਹ ਬੜੇ ਨੇਕ ਬੰਦੇ, ਚੰਗੇ ਬੰਦੇ, ਜਿਹਦਾ ਮਾਸ਼ਰੇ ਵਿੱਚ, ਸਮਾਜ ਵਿੱਚ ਕੋਈ ਨਾਮ ਹੋਵੇ ਜਾਂ ਜਿਸ ਦੀ ਚੰਗਿਆਈ ਤੋਂ ਲੋਕ ਜਾਣੂ ਹੋਣ, ਐਸੇ ਮਨੁੱਖ ਦੇ ਬਰਖਲਾਫ ਉਸਨੇ ਗੱਲ ਕਰਨੀ ਹੁੰਦੀ ਹੈ, ਉਹਦੇ ਬਰਾਬਰ ਉਹਨੇ ਖਲੋਣਾ ਹੁੰਦਾ, ਉਹਦੇ ਰਾਹ 'ਚ ਰੋੜੇ ਅਟਕਾਉਣੇ ਹੁੰਦੇ ਨੇ, ਤੇ ਉਹਦੇ ਬਰਾਬਰ ਦੀ ਇੱਕ ਧਿਰ ਬਣ ਕੇ ਖਲੋਣ ਦੀ ਕੋਸ਼ਿਸ਼ ਕਰਨੀ ਹੁੰਦੀ ਹੈ ਵੀ ਜਦੋਂ ਚੰਗੇ ਬੰਦੇ ਦਾ ਨਾਂ ਆਏ ਤੇ ਨਾਲ ਉਹਦਾ ਵੀ ਨਾਂ ਆਏ ਵੀ ਇਹ ਵੀ ਬੰਦਾ ਇੱਕ ਹੈ। ਐਸੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਦਾਨੇ ਲੋਕਾਂ ਨੇ ਆਪਣੀਆਂ ਲਿਖਤਾਂ ਦੇ ਵਿੱਚ ਬਿਆਨ ਕੀਤਾ। ਗੁਰਬਾਣੀ ਵਿੱਚ ਐਸੀ ਬਿਰਤੀ ਵਾਲੇ ਨੂੰ ਸਾਖਤ ਕਿਹਾ ਹੈ, ਮਨਮੁਖ ਕਿਹਾ ਹੈ, ਅਸਾਧ ਕਿਹਾ ਹੈ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਕਈ ਪਹਿਲੂਆਂ ਤੋਂ ਜਾਣੂ ਕਰਾਇਆ। ਵੇਖੋ, ਗੁਰਮੁਖ ਦੇ ਜੀਵਨ ਦੇ ਵੀ ਪਹਿਲੂ ਹੁੰਦੇ ਹਨ, ਮਨਮੁਖ ਦੇ ਜੀਵਨ ਦੇ ਵੀ ਕਈ ਪੱਖ ਤੇ ਪਹਿਲੂ ਨੇ, ਉਹਨਾਂ ਨੂੰ ਸਮਝਾਇਆ ਹੈ ਬੜੀ ਡਿਟੇਲ ਦੇ ਨਾਲ ਕਿ ਆਹ ਚੀਜ਼ਾਂ, ਆਹ ਜਿਹੜਾ ਕਰੈਕਟਰ ਹੈ, ਆਹ ਜਿਹੜੇ ਗੁਣ ਜਾਂ ਔਗਣ ਨੇ, ਆਹ ਜਿਹੜੇ ਦੋਸ਼ ਜਾਂ ਐਬ ਨੇ, ਇਹ ਮਨਮੁਖ ਦੇ ਨੇ। ਆਹ ਗੁਣ, ਆਹ ਚੰਗਿਆਈਆਂ, ਆਹ ਭਲਾਈ, ਆਹ ਸੁਰਤ ਦੀ ਪਵਿੱਤਰਤਾ, ਆਹ ਕਰੈਕਟਰ ਗੁਰਮੁਖ ਦਾ। ਮਨਮੁਖ ਦੇ ਤੇ ਗੁਰਮੁਖ ਦੇ ਦੋਨਾਂ ਦੇ ਸਮਝਾ। ਹੁਣ ਗਰੀਬ ਨਵਾਜ ਪਾਤਸ਼ਾਹ ਨੇ ਇਸ ਪਾਵਨ ਸ਼ਬਦ ਦੇ ਵਿੱਚ ਰਹਾਉ ਵਾਲੇ ਬੰਦ ਵਿੱਚ ਫਰਮਾਇਆ ਹੈ, ਐਸੇ ਲੋਗਨ ਸਿਉ ਕਿਆ ਕਹੀ। ਅਜਿਹੇ ਲੋਕਾਂ ਨੂੰ ਕੀ ਕਿਹਾ ਜਾ ਸਕਦਾ, ਭਾਵ ਉਹਨਾਂ ਨੂੰ ਕੀ ਸਮਝਾਇਆ ਜਾ ਸਕਦਾ। ਦਾਨਿਆਂ ਦਾ ਕਥਨ ਹੈ, ਸਮਝਾਇਆ ਉਹਨੂੰ ਜਾ ਸਕਦਾ ਹੈ ਜਿਹੜਾ ਸਮਝਣਾ ਚਾਹੁੰਦਾ ਹੈ। ਜਿਹੜਾ ਸਮਝਣਾ ਚਾਹੁੰਦਾ ਹੈ, ਜਿਹੜਾ ਸਮਝਣਾ ਨਹੀਂ ਚਾਹੁੰਦਾ ਉਹਨੂੰ ਤੁਸੀਂ ਸਮਝਾ ਨਹੀਂ ਸਕਦੇ। ਤੁਹਾਡੇ ਕੋਲ ਕੋਈ ਪਾਵਰ ਨਹੀਂ ਹੈ ਕਿ ਤੁਸੀਂ ਨਾ ਸਮਝਣ ਦੀ ਬਿਰਤੀ ਰੱਖਣ ਵਾਲੇ ਬੰਦੇ ਨੂੰ ਵੀ ਗੱਲ ਸਮਝਾ ਲਓ। ਜਿਸ ਅੰਦਰ ਜਗਿਆਸਾ ਹੈ, ਭੁੱਖ ਹੈ, ਉਹ ਗੱਲ ਜਦੋਂ ਸੁਣਨਾ ਚਾਹੇ ਤਾਂ ਉਹ ਲੰਮੇ ਪੈਂਡੇ ਝਾਕ ਕੇ ਵੀ ਗੱਲ ਨੂੰ ਸੁਣ ਲੈ, ਕਠਿਨਾਈ ਦੇ ਹਾਲਾਤਾਂ ਵਿੱਚ ਵੀ ਗੱਲ ਨੂੰ ਸੁਣ ਲੈਂਦਾ, ਕਿਉਂਕਿ ਉਹ ਜਾਣਨਾ ਚਾਹੁੰਦਾ, ਉਹ ਸੁਣਨਾ ਚਾਹੁੰਦਾ, ਉਹ ਇੱਛਾ ਰੱਖਦਾ ਹੈ। ਜਿਹਦੇ ਅੰਦਰ ਇੱਛਾ ਸ਼ਕਤੀ ਹੀ ਨਹੀਂ ਹੈ, ਮੰਨ ਲਓ ਇੱਕ ਉਦਾਹਰਨ ਦੇਣਾ, 36 ਪ੍ਰਕਾਰ ਦੇ ਪਕਵਾਨ
बड़े लजीज खाने तुहाडे डाइनिंग टेबल ते सजाए जाण, जे तुहानूं भुख नहीं, जे तुहाडा शरीर अलाउ नहीं करता, भुख नहीं है, मूड नहीं है, तो मेरा नहीं ख्याल तुसी 2 बुरकियां भी बड़े आराम नाल सहज नाल खा सको। वो जबरदस्ती होए, तो जबरदस्ती का खाधा आपां सारे जानते हैं कि बंदा भावें निगल ते लवे, रोटी दियां बुरकियां तो मूँह च पा लै, जो भी खाण लई पकवान, पर बंदे नूं स्वाद जां टेस्ट नहीं देंदा, क्योंकि वह जबरदस्ती का है। मन राजी नहीं है, शरीर अलाउ नहीं करता, तो खाण नूं चित नहीं करता, वो बेसवादा लगदा। ठीक इस तरह उपदेश, ज्ञान, चंगी गल मनुख नूं तां चंगी लगदी है जे उसका मूड है, जे उसका मन है, जगियासा है, जे उसके अंदर तलब है, भुख है, इच्छा शक्ति है, जो जानन की तलब रखता है, जो नहीं रखता तो हो सकता है उन्होंने किते जबरदस्ती सुनना पै जाए। कई बार ऐसा होता है। उन्होंने सतगुरु महाराज ने इवें बाणी दे विच एक्सप्लेन किया। महाराज कहते ने एक कूड़ियार जिहड़ा है उस सचियारे पुरखों की गुरु की सोहबत ते संगत में आके बैठ जाता। उत्थे सतगुरु महाराज अपना उपदेश दे रहे, जिहड़े सत संगी ते सचियारे ने बड़ी एकाग्रता, बड़े प्रेम नाल वो महाराज दे अमृत स्वरूप बोलां नूं सुन रहे हैं, अपनी सुरत नूं ऐन उस उपदेश विच जोड़ के वो महाराज दे उपदेश विचों नाम अमृत ग्रहण कर रहे हैं, अपनी आत्मा नूं तृप्त करते हैं, मन नूं टिका नाल भरते हैं, गुरु उपदेश का स्वाद, आनंद ते लाहा प्राप्त करते हैं। उन्होंने कोई दिक्कत नहीं, उन्होंने कोई मुश्किल नहीं, क्योंकि उन्होंने अंदर एक भुख है, तो उस भुख की पूर्ति सतगुरु के उपदेश नाल हो रही है। पर जिहड़ा कूड़ियार है, जिसका इंटरस्ट नहीं, वो भी उत्थे आके बह गया, उन्होंने बैठना पिया कह लो। हुण वो की करदा है, ओए वाल छाल कर झत कढ दे, फिर जाए बहै कूड़ियारां पास। वो फिर जिन्ना क समा उत्थे कढ़दा वाल छाल करके झत लंघाउणा, आपां कहने भी टाइम टपाउणा, वक्त गुजारना, वो वक्त गुजारना जिन्हों मजबूरी च गुजारिया जाए, उन्होंने कहते ने झत कढ़ दे। टाइम तो हर एक का गुजरता है, समा तो हर एक का लंघदा है, पर एक दा सहज विच गुजरता है, एक बड़ा मजबूरी च औखा होके जिहड़ा समा गुजारदा उन्होंने झत कढ़ना। तो किवें कढ़दे ने अपना समा मजबूरी विच, वाल छाल कर झत कढ़ दे। वो उत्थे आके भी कोई गुण ग्रहण नहीं कर, उन्होंने उत्थे आके भी कुछ सीखना नहीं हुंदा, वो उत्थों आके भी अपने मतलब की कोई ना कोई गल ही लैके जाणगे वापस, जिहड़ी गल उन्हां दे मतलब दी है, झूठी मकारी भरी, उन्होंने इहो कुछ इकट्ठा करना। बिरती है ना, सुभाव जिस पासे लग्या है, जिहड़ी चीज़ उन्होंने चंगी लगती वो इकट्ठी करना। इस वास्ते साहब सतगुरु महाराज ने बाणी दे विच कहा भी ऐसे लोगों को की समझाया जा सकता जिन्हां अंदर कोई भुख नहीं है, कोई तलब नहीं है, कोई जिग्यासा नहीं है, उन्होंने कोई नहीं समझा सकता। ऐसे लोगन स्यों क्या कहिए, जो प्रभ किए भगत ते बाहज, तिन ते सदा डराने रही है। जिन्होंने वाहिगुरु ने चंगियाई, नेकी, उत्तम गुण, चंगे ख्यालों तो ही वांझिया रखिया होया। मानो जिन्हां अंदर मुढ़ कदीम च कोई चंगा गुण नहीं है, चंगी गल सुनने का जां चंगी गल करन दा सुभाव नहीं है, कोई चंगा ख्याल भी उन्हां दे अंदर नहीं आउंदा, वो किसी चंगे इंसान कोल भी नहीं बैठते, कोई चंगा उपदेश भी नहीं सुनते, वो भगती तो बाहज बंदे वांझे। चेते रखना, चंगी धारना जां ख्याल भी नहीं आउंदा अंदर, चंगी गल वो सुनते भी नहीं ते चंगी वो बोलते भी नहीं।
ਚੰਗੇ ਲੋਕਾਂ ਕੋਲ ਵੀ ਉਹ ਬੈਠਦੇ ਨੇ ਤੇ ਚੰਗਾ ਉਪਦੇਸ਼ ਕੋਈ ਪੜ੍ਹਦੇ ਨਹੀਂ, ਯਾਨੀ ਕਿ ਸਾਰੇ ਦਰਵਾਜ਼ੇ ਹੀ ਬੰਦ ਨੇ, ਕੋਈ ਵੀ ਰਸਤਾ ਉਹਨਾਂ ਲਈ ਓਪਨ ਨਹੀਂ ਹੈ। ਉਹਨਾਂ ਨੇ ਸਾਰੇ ਰਸਤੇ ਹੀ ਬੰਦ ਕੀਤੇ ਹੋਏ ਨੇ ਵੀ ਕਿਸੇ ਵੀ ਤਰੀਕੇ ਨਾਲ ਚੰਗਿਆਈ ਦਾ ਕੋਈ ਅੰਸ਼ ਸਾਡੀ ਲਾਈਫ ਵਿੱਚ, ਸਾਡੇ ਜੀਵਨ ਵਿੱਚ ਐਂਟਰ ਨਾ ਕਰਦਾ। ਉਹਨਾਂ ਨੂੰ ਭਗਤ ਤੇ ਬਾਹਜ ਲਿਖਿਆ, ਭਗਤੀ ਤੋਂ ਵਾਂਝ, ਸੱਚ ਤੋਂ ਵਿਰਵੇ, ਸ਼ੁਭ ਗੁਣਾ ਤੋਂ ਖਾਲੀ। ਭਗਤ ਜੀ ਨੂੰ ਪੁੱਛਿਆ ਉਹਨਾਂ ਨਾਲ ਕੀ ਵਿਹਾਰ ਕਰਨਾ ਚਾਹੀਦਾ, ਕਹਿੰਦੇ ਕੋਈ ਨਹੀਂ, ਉਹਨਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ। ਤਿੰਨ ਸੇ ਸਦਾ ਡਰਾਨੇ ਰਹੇ, ਉਹ ਤੋਂ ਡਰ ਕੇ ਰਹੋ। ਡਰ ਕੇ ਦਾ ਮਤਲਬ ਇਹ ਨਹੀਂ ਹੈ ਵੀ ਧਰਮੀ ਬੰਦਾ ਉਹ ਤੋਂ ਡਰੇ, ਧਰਮੀ ਤਾਂ ਡਰ ਨਹੀਂ, ਪਰ ਡਰੋ ਇਸ ਕਰਕੇ, ਡਰਨ ਦਾ ਭਾਵ ਇਹ ਹੁੰਦਾ ਹੈ, ਇੱਕ ਮੁਹਾਵਰਾ ਹੈ ਵੀ ਉਹਨਾਂ ਤੋਂ ਦੂਰੀ ਬਣਾ ਕੇ ਰੱਖੋ, ਉਹਨਾਂ 'ਚ ਜ਼ਿਆਦਾ ਇੰਟਰਸਟ ਨਾ ਵਿਖਾਓ, ਉਹਨਾਂ 'ਚ ਜ਼ਿਆਦਾ ਇੰਟਰਸਟ ਲੈਣ ਦੀ ਲੋੜ ਨਹੀਂ, ਕੁਝ ਨਹੀਂ ਹੈ ਉਹਨਾਂ 'ਚ। ਜਿਵੇਂ ਭਾਂਡਾ ਬਾਹਰੋਂ ਚਿਤਰਿਆ ਸੋਹਣਾ ਹੋਵੇ ਤੇ ਅੰਦਰੋਂ ਖਾਲੀ ਹੋਵੇ ਤੇ ਬੰਦਾ ਬਾਹਰੋਂ ਕਈ ਵਾਰ ਉਹ 'ਚ ਇੰਟਰਸਟ ਲਈ ਜਾਂਦਾ ਵੀ ਏਡੀ ਸੋਹਣੀ, ਏਡਾ ਸੋਹਣਾ ਭਾਂਡਾ, ਇਹਦੇ 'ਚ ਕੀ ਹੋਏਗਾ ਭਲਾ, ਕੀ ਹੋਏਗਾ। ਤੇ ਉਸ ਭਾਂਡੇ 'ਚ ਕਿਸੇ ਨੇ ਸੱਪ ਪਾਇਆ ਹੋਵੇ ਜ਼ਹਿਰੀਲਾ, ਤੇ ਬੰਦਾ ਬਾਹਰੋਂ ਹੱਥ ਪਾ ਲਵੇ ਵਿੱਚ, ਭਾਂਡੇ ਨੂੰ ਸੋਹਣਾ ਵੇਖ ਕੇ, ਤੇ ਉਹ ਭਾਂਡਾ ਉਹਨੂੰ ਮੌਤ ਦੇਵੇਗਾ, ਜੀਵਨ ਨਹੀਂ ਦੇਵੇਗਾ। ਸੋਨੇ ਦੇ ਪਿਆਲੇ 'ਚ ਜ਼ਹਿਰ ਪਾਇਆ ਹੋਵੇ ਕਿਸੇ ਨੇ ਤੇ ਕੋਈ ਪਿਆਲਾ ਵੇਖ ਕੇ ਹੀ ਪੀ ਲਵੇ, ਅੰਦਰਲੀ ਵਸਤੂ ਦੀ ਪਛਾਣ ਨਾ ਕਰੇ, ਉਹ ਬੰਦਾ ਆਪਣਾ ਨੁਕਸਾਨ ਕਰਾਏਗਾ। ਬਰਤਨ ਸੋਨੇ ਦਾ ਤੇ ਕੀ ਹੋਇਆ, ਵਿਚਲੀ ਚੀਜ਼ ਵੀ ਤਾਂ ਤੁਹਾਡੇ ਫਾਇਦੇਮੰਦ ਹੋਣੀ ਚਾਹੀਦੀ ਹੈ ਨਾ। ਵਿੱਚ ਜ਼ਹਿਰ ਹੈ, ਤੁਸੀਂ ਸੋਨੇ ਦਾ ਗਲਾਸ, ਸੋਨੇ ਦਾ ਪਿਆਲਾ ਵੇਖ ਕੇ ਉਹਨੂੰ ਮੂੰਹ ਲਾ ਲਿਆ ਵੀ ਭਾਂਡਾ ਐਡਾ ਉੱਤਮ ਹੈ, ਤੇ ਹੋ ਸਕਦਾ ਵਿੱਚ ਵੀ ਚੀਜ਼ ਚੰਗੀ ਹੋਵੇ, ਕੋਈ ਜ਼ਰੂਰੀ ਨਹੀਂ। ਜਿਹੜੀ ਚੀਜ਼ ਦਾ ਰਿਲੇਸ਼ਨ ਤੁਹਾਡੇ ਜੀਵਨ ਨਾਲ ਬਣਨਾ ਉਹਦੀ ਪਰਖ ਕਰੋ। ਭਾਂਡੇ ਨੂੰ ਤਾਂ ਤੁਸੀਂ ਮੂੰਹ ਲਾਓਗੇ ਤੇ ਛੱਡ ਦਿਓਗੇ, ਭਾਂਡਾ ਥੋੜੀ ਖਾਣਾ, ਉਹਦੇ ਵਿਚਲੀ ਵਸਤੂ ਤੁਹਾਡੇ ਸਰੀਰ 'ਚ ਜਾਣੀ ਹੈ, ਪਹਿਲਾਂ ਉਹਦੀ ਪਰਖ ਕਰੋ, ਇਹ ਕੀ ਹੈ, ਇਹ ਮੇਰਾ ਲਾਭ ਕਰੇਗੀ ਕਿ ਹਾਨ ਕਰੇਗੀ, ਨੁਕਸਾਨ ਕਰੇਗੀ। ਇਸ ਵਾਸਤੇ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਸਾਨੂੰ ਅਸਲ ਵਸਤ ਕੀ ਹੈ, ਮਨੁੱਖ ਦਾ ਕਿਰਦਾਰ, ਉਹਦਾ ਵਿਹਾਰ, ਉਹਦਾ ਆਚਾਰ, ਉਹਦੇ ਗੁਣ ਜਾਂ ਔਗਣ, ਉਹ ਚੀਜ਼ ਨੂੰ ਪਰਖਣ ਦੀ, ਉਹਦੇ ਕਰਮ ਨੂੰ ਪਰਖਣ ਦੀ ਗੱਲ ਹਜ਼ੂਰ ਨੇ ਬਾਣੀ 'ਚ। ਕਰਮ ਨੂੰ ਪਰਖੋ, ਜੇ ਕਰਮ ਉੱਤਮ ਹੈ ਤਾਂ ਉਹ ਮਨੁੱਖ ਵੀ ਉੱਤਮ ਹੈ, ਫਿਰ ਬਾਕੀ ਚੀਜ਼ਾਂ ਛੱਡ ਦਿਓ ਵੀ ਇਹ ਭਾਂਡਾ ਬਾਹਰੋਂ ਕਿਸੇ ਦਾ। ਜੇ ਕਰਮ ਨਖਿੱਧ ਹੈ ਤੇ ਮਨੁੱਖ ਵੀ ਨਖਿੱਧ ਹੈ, ਬਾਹਰੋਂ ਭਾਵੇਂ ਉਹ ਬੜਾ ਚਿਤਰਿਆ, ਸੋਹਣਾ, ਸਜਿਆ, ਸਵਰਿਆ, ਬੜੇ ਟੈਗ ਲਾ ਕੇ ਫਿਰਦਾ ਹੋਵੇ, ਕੀ ਫਰਕ ਪੈਂਦਾ। ਤੁਹਾਡੇ ਜੀਵਨ ਦਾ ਨੁਕਸਾਨ ਤੇ ਫਾਇਦਾ ਵਿਚਲੀ ਵਸਤੂ ਵਿੱਚ, ਬਾਹਰਲੀਆਂ ਚੀਜ਼ਾਂ ਦੇ ਵਿੱਚ ਨਹੀਂ। ਉਹ ਤਾਂ ਬੰਦਾ ਕਈ ਦਾਅਵੇ ਕਰ ਲੈਂਦਾ। ਇਸ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਤੋਂ ਦੂਰੀ ਬਣਾ ਕੇ ਰੱਖਣ ਦੀ ਗੱਲ ਕਰਦੇ। ਜਿਵੇਂ ਬਾਣੀ ਦਾ ਇਹ ਵਾਕ ਆਪਾਂ ਕਈ ਵਾਰ ਪੜ੍ਹਦੇ ਹਾਂ, ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉ ਕਰ ਉਲਟੀ ਰੇ, ਝੂਠੈ ਕੀ ਰੇ ਝੂਠ ਪ੍ਰੀਤ, ਛੁਟਕੀ ਰੇ ਮਨ ਛੁਟਕੀ ਰੇ। ਝੂਠੇ ਦੀ ਪ੍ਰੀਤ ਨੂੰ ਛੱਡ ਦਿਓ। ਭਾਈ ਗੁਰਦਾਸ ਜੀ, ਜਿਨ੍ਹਾਂ ਨੇ ਗੁਰਮਤਿ ਦੇ ਕਈ ਪਹਿਲੂਆਂ ਦੀ ਵਿਆਖਿਆ ਆਪਣੀਆਂ ਲਿਖਤਾਂ ਵਿੱਚ, ਵਾਰਾਂ ਔਰ ਕਵਿਤਾਂ ਵਿੱਚ ਕੀਤੀ, ਉਹਨਾਂ ਨੇ ਬੜਾ ਬਾ ਕਮਾਲ ਇੱਕ ਸਵਈਆ ਇਸ ਪਰਥਾਏ ਲਿਖਿਆ। ਉਸ ਕਵਿਤ ਦੇ, ਉਸ ਸਵਈਏ ਦੇ ਇਹ ਬੋਲ ਹਨ। ਉਹਨਾਂ ਨੇ ਪਹਿਲੀ ਉਦਾਹਰਣ ਦਿੱਤੀ ਹੈ, ਕਹਿੰਦੇ ਕੋਇਲਾ ਠੰਡਾ ਹੋਵੇ ਨਾ, ਕੋਲਾ, ਉਹਨੂੰ ਤੁਸੀਂ ਠੰਡੇ ਕੋਲੇ ਨੂੰ ਆਪਣੇ ਹੱਥ ਤੇ ਰੱਖ ਲਓ, ਬਹੁਤਾ ਨੁਕਸਾਨ ਨਾ ਕਰੇ ਤੇ ਹੱਥ ਤੇ ਕਾਲਾ ਕਰਦਾ ਹੀ ਹੈ। ਕੋਲਾ ਜਦੋਂ ਤਪਦਾ ਹੈ, ਲਾਲ ਸੁਰਖ ਹੋ ਜਾਂਦਾ ਹੈ, ਬੜਾ ਸੋਹਣਾ ਰੰਗ ਉਹਦਾ ਲੱਗਦਾ। ਕੋਲੇ ਨੂੰ ਤੁਸੀਂ ਵੇਖੋ ਨਾ, ਭੱਠੀ ਦੇ ਵਿੱਚ ਐਨ ਮਗਦਾ ਹੋਇਆ ਲਾਲ ਸੁਰਖ। ਹੁਣ ਤੁਸੀਂ ਕਹੋ ਵੀ ਇਸ ਵੇਲੇ ਤੇ ਰੰਗ ਕੋਲੇ ਦਾ ਕਾਲਾ ਤੇ ਨਹੀਂ, ਤੇ ਇਹ ਮੇਰੇ ਹੱਥ ਤੇ ਕਾਲੇ ਨਹੀਂ ਕਰ ਸਕਦਾ, ਇਸ ਵੇਲੇ ਤੇ ਇਹਦਾ ਰੰਗ ਸੁਰਖ ਹੈ, ਉਦੋਂ ਫੜ ਲਓ ਤੇ ਉਹ ਹੱਥ ਸਾੜਦਾ ਹੈ। ਕੋਲਾ ਤੱਤਾ ਹੋਵੇ ਤੇ ਹੱਥ ਸਾੜਦਾ, ਠੰਡਾ ਹੋਵੇ ਤੇ ਘੱਟੋ ਘੱਟ ਹੱਥ ਤੇ ਕਾਲਾ ਕਰਦਾ ਹੀ ਹੈ। ਭਾਈ ਗੁਰਦਾਸ ਜੀ ਨੇ ਪਹਿਲੀ ਉਦਾਹਰਣ, 3 ਉਦਾਹਰਨਾਂ ਉਹਨਾਂ ਨੇ ਦਿੱਤੀਆਂ ਆਪਣੇ ਸਵਈਏ 'ਚ।
ਪਹਿਲੀ ਉਦਾਹਰਣ ਵਿੱਚ ਉਹ ਲਿਖਦੇ ਹਨ, ਕੋਇਲਾ ਸੀਤਲ ਕਰ ਕਰਤ ਸਿਆਮ ਗਹਿ ਪਰਸ ਤਪਤ ਪਰ ਦਗਦ ਕਰਤ ਹੈ। ਦੂਸਰੀ ਉਦਾਹਰਣ ਵਿੱਚ ਉਹਨਾਂ ਕਿਹਾ, ਕਿਸੇ ਕੁੱਤੇ ਨੂੰ ਬਿਮਾਰੀ ਲੱਗੀ ਹੋਵੇ, ਬੜਾ ਵਫਾਦਾਰ ਜਾਨਵਰ ਹੈ, ਲੋਕ ਪਾਲਦੇ ਨੇ, ਬੜੇ ਮਹਿੰਗੇ ਭਾਅ ਖਰੀਦਦੇ ਨੇ, ਉਹਨੂੰ ਆਪਣੇ ਪਰਿਵਾਰ ਦੇ ਮੈਂਬਰ ਵਾਂਗ ਰੱਖਦੇ, ਪਰ ਕੁੱਤੇ ਨੂੰ ਬਿਮਾਰੀ ਲੱਗ ਜਾਏ, ਕੋਈ ਛੂਤ ਦੀ ਬਿਮਾਰੀ, ਉਹੀ ਛੂਤ ਦੀ ਬਿਮਾਰੀ ਦਾ ਰੋਗੀ ਸ਼ਿਕਾਰ ਕੁੱਤਾ ਆਪਣੇ ਮਾਲਕ ਦੇ ਬੱਚਿਆਂ ਨੂੰ ਜਾਂ ਮਾਲਕ ਦੇ ਪਰਿਵਾਰ ਦੇ ਜੀਆਂ ਨੂੰ ਜਦੋਂ ਪ੍ਰੇਮ ਨਾਲ ਚੱਟਦਾ ਹੈ, ਉਹਨਾਂ ਦੀ ਗੋਦੀ 'ਚ ਆ ਕੇ ਬਹਿੰਦਾ ਹੈ, ਤੇ ਉਹ ਬਿਮਾਰੀ ਹੌਲੀ ਹੌਲੀ ਪਰਿਵਾਰ ਦੇ ਜੀਆਂ ਚਲੀ ਜਾਂਦੀ, ਕਿਉਂਕਿ ਰੋਗੀ ਹੈ, ਉਹ ਬਿਮਾਰ ਹੈ। ਜੇ ਉਹਨੂੰ ਹਲਕਾ ਦਾ ਰੋਗ ਹੋ ਜਾਏ, ਹੁਣ ਜੇ ਉਹ ਪਿਆਰ ਕਰਦਾ ਹੈ ਤਾਂ ਬਿਮਾਰੀ ਹੈ, ਕਿਉਂਕਿ ਉਹ ਆਪ ਛੂਤ ਦਾ ਰੋਗੀ ਹੈ। ਜੇ ਭਲਾ ਉਹੀ ਕੁੱਤਾ ਹਲਕਾ ਦਾ ਸ਼ਿਕਾਰ ਹੋ ਜਾਏ, ਹਲਕ ਜਾਏ, ਤੇ ਉਹ ਪਰਿਵਾਰ ਦੇ ਕਿਸੇ ਜੀਅ ਨੂੰ ਕੱਟ ਜਾਏ, ਵੱਢ ਦੇ, ਤਾਂ ਵੀ ਨੁਕਸਾਨ ਕਰਦਾ। ਯਾਨੀ ਕਿ ਐਸਾ ਛੂਤ ਦਾ ਰੋਗੀ ਬਿਮਾਰ ਕੁੱਤਾ ਕੂਕਰ ਜਿਹੜਾ ਹੈ, ਉਹ ਜਦੋਂ ਮਾਲਕ ਨੂੰ ਚੱਟ ਲਏ ਤਾਂ ਵੀ ਨੁਕਸਾਨ ਕਰੇਗਾ, ਹਲਕਾ ਦਾ ਰੋਗ ਹੋ ਜਾਏ, ਕੱਟ ਜਾਏ, ਤੇ ਤਾਂ ਵੀ ਨੁਕਸਾਨ ਕਰੇਗਾ। ਦੋਵਾਂ, ਉਹਦਾ ਪ੍ਰੇਮ ਵੀ ਨੁਕਸਾਨਦਾਇਕ ਹੈ ਤੇ ਉਹਦਾ ਵੈਰ ਵੀ ਨੁਕਸਾਨਦਾਇਕ। ਭਾਈ ਸਾਹਿਬ ਜੀ ਨੇ ਲਿਖਿਆ, ਕੂਕਰ ਕੇ ਚਾਟਤ ਕਲੇਵਰੈ ਲਾਗੈ ਛੋਤ, ਕਾਟਤ ਸਰੀਰ ਪੀਰ ਧੀਰ ਨਾ ਧਰਤ ਹੈ। ਮਿੱਟੀ ਦਾ ਭਾਂਡਾ, ਘੜਾ ਪਿਆ ਹੋਇਆ, ਉਹਦੇ ਤੇ ਤੁਸੀਂ ਪੱਥਰ ਮਾਰੋ, ਕੀ ਹੋਏਗਾ ਜੀ? ਘੜਾ ਟੁੱਟ ਜਾਏ। ਹੁਣ ਤੁਸੀਂ ਇੰਜ ਕਰੋ, ਪੱਥਰ ਥੱਲੇ ਰੱਖ ਲਓ ਤੇ ਘੜਾ ਚੁੱਕ ਲਓ, ਹੁਣ ਘੜੇ ਨੂੰ ਪੱਥਰ ਉੱਤੇ ਮਾਰੋ, ਕੌਣ ਟੁੱਟੇਗਾ? ਘੜਾ ਹੀ ਟੁੱਟੇਗਾ। ਘੜਾ ਪਿਆ, ਤੁਸੀਂ ਉਹਦੇ ਤੇ ਪੱਥਰ ਮਾਰਦੇ ਹੋ ਤਾਂ ਵੀ ਘੜੇ ਨੇ ਟੁੱਟਣਾ। ਪੱਥਰ ਪਿਆ, ਤੁਸੀਂ ਘੜਾ ਚੁੱਕ ਕੇ ਪੱਥਰ ਤੇ ਮਾਰਦੇ ਹੋ ਤਾਂ ਵੀ ਘੜੇ ਨੇ ਟੁੱਟਣਾ। ਦੋਵਾਂ ਹਾਲਤਾਂ ਵਿੱਚ ਨੁਕਸਾਨ ਘੜੇ ਦਾ, ਪੱਥਰ ਦਾ ਨਹੀਂ ਹੋਏਗਾ। ਜਿਵੇਂ ਕੁੱਤੇ ਦੇ ਚੱਟਣ ਨਾਲ ਵੀ ਤੇ ਵੱਢਣ ਨਾਲ ਵੀ, ਉਹਦੇ ਪ੍ਰੇਮ ਤੇ ਵੈਰ ਦੋਨਾਂ ਹਾਲਤਾਂ ਵਿੱਚ ਹੀ ਨੁਕਸਾਨ ਉਸ ਬੰਦੇ ਦਾ ਹੋਏਗਾ। ਕੁੱਤਾ ਜਿਸ ਨੂੰ ਪਿਆਰ ਕਰਦਾ ਹੈ ਤਾਂ ਜਿਹਨੂੰ ਕੱਟਦਾ। ਦੋਵਾਂ ਹਾਲਤਾਂ ਵਿੱਚ ਨੁਕਸਾਨ ਉਸ ਹੱਥ ਦਾ ਹੋਏਗਾ ਜਿਹੜਾ ਠੰਡੇ ਕੋਲੇ ਨੂੰ ਫੜਦਾ ਹੈ ਜਾਂ ਤੱਤੇ ਕੋਲੇ ਨੂੰ ਫੜਦਾ। ਫੂਟਤ ਹੈ ਗਾਗਰ ਪਰਤ ਹੀ ਪਖਾਨ ਪਰ, ਪਾਹਨ ਪਰਤ ਪੁਨ ਗਾਗਰ ਹਰਤ ਹੈ। ਭਾਈ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਨੇ? ਕਹਿੰਦੇ ਨੇ, ਤੈਸੇ ਹੀ ਅਸਾਧ ਸੰਗ ਪ੍ਰੀਤ ਹੂੰ ਵਿਰੋਧ ਬੁਰੋ, ਲੋਕ ਪ੍ਰਲੋਕ ਦੁਖ ਦੋਖ ਨਾ ਟਰਦਾ। ਅਸਾਧ, ਜਿਹਨੂੰ ਭਾਈ ਗੁਰਦਾਸ ਜੀ ਅਸਾਧ ਸ਼ਬਦ ਲਿਖਦੇ ਨੇ, ਉਹਨੂੰ ਬਾਣੀ ਸਾਖਤ ਕਹਿੰਦੀ ਹੈ, ਮਨਮੁਖ ਕਹਿੰਦੀ ਹੈ, ਮੂਰਖ ਕਹਿੰਦੀ ਹੈ। ਇੱਥੇ ਇਸ ਸ਼ਬਦ ਵਿੱਚ ਵੀ ਐਸੇ ਕਰੈਕਟਰ ਦੀ ਹੀ ਗੱਲ ਹੈ ਭਗਤ ਕਬੀਰ ਸਾਹਿਬ ਜੀ ਨੇ ਜਿਹੜੀ ਕੀਤੀ। ਉਹ ਕਹਿੰਦੇ, ਤੈਸੇ ਹੀ ਅਸਾਧ ਸਾਂ, ਬੇਅਸੂਲੇ ਬੰਦੇ ਨਾਲ, ਝੂਠੇ ਮਕਾਰ ਕਪਟੀ ਬੰਦੇ ਨਾਲ, ਅੰਦਰ ਦੇ ਬੁਰੇ ਬੰਦੇ ਨਾਲ, ਜਿਹਦੇ ਅੰਦਰ ਚੰਗਿਆਈ ਦਾ ਅੰਸ਼ ਕੋਈ ਨਹੀਂ, ਐਸੇ ਮਨੁੱਖ ਨਾਲ ਪ੍ਰੇਮ ਵੀ ਤੁਹਾਨੂੰ ਦੁਖੀ ਕਰੇਗਾ। ਤੁਸੀਂ ਉਹਦੀ ਸੋਬਤ ਵਿੱਚ ਬੈਠੋਗੇ, ਪ੍ਰੇਮ ਪਾਓਗੇ ਤੇ ਉਹਦੇ ਡੰਗ ਤੋਂ ਬਚ ਨਹੀਂ ਸਕੋਗੇ। ਜਿਹੜਾ ਹੈ ਹੀ ਕਪਟੀ, ਉਹ ਤੁਹਾਡਾ ਕੀ ਲੱਗਦਾ? ਜਿਹੜਾ ਹੈ ਹੀ ਮਕਾਰ ਤੇ ਫਰੇਬੀ, ਉਹ ਤੁਹਾਡਾ ਕੀ ਲੱਗਦਾ? ਜਿਹੜਾ ਹੈ ਹੀ ਝੂਠਾ ਤੇ ਜਿਹਦਾ ਅਸੂਲ ਹੀ ਜ਼ਿੰਦਗੀ 'ਚ ਕੋਈ ਨਹੀਂ, ਤੁਹਾਡੇ ਨਾਲ ਉਹ ਕਿੰਨਾ ਕੁ ਪ੍ਰੇਮ ਕਰੇਗਾ? ਪ੍ਰੇਮੀ ਬੰਦੇ ਤੇ ਹੋਰ ਕਿਸਮ ਦੇ ਹੁੰਦੇ ਨੇ, ਉਹ ਤਾਂ ਵਫਾਦਾਰ ਹੁੰਦੇ ਨੇ, ਤੇ ਜਿਹੜਾ ਹੈ ਹੀ ਬੇਅਸੂਲਾ, ਉਹ ਵਫਾਦਾਰੀ ਕਿੱਥੋਂ ਕਰੇਗਾ? ਉਹਦੇ ਨਾਲ ਜੇ ਤੁਸੀਂ ਪ੍ਰੇਮ ਨਾਲ ਰਹਿਣ ਦੀ ਵੀ ਕੋਸ਼ਿਸ਼ ਕਰੋਗੇ ਤੇ ਤੁਹਾਡਾ ਹੀ ਨੁਕਸਾਨ ਹੈ। ਜਿੰਨਾ ਤੁਸੀਂ ਨੇੜੇ ਹੋਵੋਗੇ ਓਨਾ ਹੀ ਉਹ ਤੁਹਾਡਾ ਨੁਕਸਾਨ ਕਰੇਗਾ। ਤੇ ਦੂਜੀ ਬਾਤ ਹੈ ਵੈਰ। ਉਹਦੇ ਨਾਲ ਜਿੰਨਾ ਤੁਸੀਂ ਵੈਰ ਕਰੋਗੇ ਨਾ, ਉਹਨਾਂ ਸਿਰ ਵੀ ਚੜ੍ਹਦਾ ਜਾਏਗਾ। ਜੇ ਤੁਹਾਡੇ ਕੋਲ ਉਹਨੂੰ ਦੱਬਣ ਦੀ ਤਾਕਤ ਨਹੀਂ ਨਾ ਹੈ ਤੇ ਉਸ ਨੂੰ ਛੇੜਨ ਦੀ ਕੋਸ਼ਿਸ਼ ਨਾ ਕਰੋ, ਉਹ ਤੁਹਾਡਾ ਨੁਕਸਾਨ ਕਰੇਗਾ, ਖਲਲ, ਇਰੀਟੇਸ਼ਨ ਪੈਦਾ ਕਰੇਗਾ, ਉਹ ਤੁਹਾਨੂੰ ਡਿਸਟਰਬ ਕਰਦਾ ਰਹੇਗਾ। ਤੁਹਾਡੇ ਕਈ ਕੰਮ ਰੁਕ ਜਾਣਗੇ, ਤੁਹਾਡੀ ਜ਼ਿੰਦਗੀ ਦਾ ਰਾਹ ਔਖਾ ਹੋ ਜਾਏਗਾ, ਤੁਸੀਂ ਮੁਸ਼ਕਿਲਾਂ ਨਾਲ ਭਰ ਜਾਓਗੇ। ਤੁਸੀਂ ਹੋ ਸਕਦਾ ਹੈ ਜਜ਼ਬਾਤੀ ਤੇ ਭਾਵਨਾਤਮਕ ਹੋ ਸਕਦਾ ਤੁਹਾਡੇ ਅੰਦਰ ਕਈ ਤਰ੍ਹਾਂ ਦੇ ਚੰਗੇ ਖਿਆਲਾਂ ਦੀ ਝੜੀ ਲੱਗਦੀ ਹੋਵੇ, ਤੇ ਤੁਸੀਂ ਉਹਦੇ ਵੈਰ ਵਿੱਚ ਪੈ ਕੇ ਹੋ ਸਕਦਾ ਉਹਦੇ ਵਰਗੇ ਬੇਅਸੂਲੇ ਬਣ ਜਾਓ।
ਹੋ ਸਕਦਾ ਤੁਹਾਨੂੰ ਵੀ ਉਹਦੇ ਪੱਧਰ ਤੇ ਨੀਵਾਂ ਡਿੱਗਣਾ ਪਵੇ, ਹੋ ਸਕਦਾ ਉਹਦੇ ਵਾਂਗੂ ਤੁਹਾਨੂੰ ਵੀ ਛਲ ਤੇ ਕਪਟ ਦਾ ਸਹਾਰਾ ਲੈਣਾ ਪਵੇ। ਐਸੇ ਬੰਦੇ ਨਾਲ ਸਿੱਝਣ ਵਾਸਤੇ ਫਿਰ ਤੁਹਾਡੇ ਤੇ ਉਹਦੇ 'ਚ ਫਰਕ ਕੋਈ ਨਹੀਂ ਰਹਿ ਜਾਣਾ, ਤੁਸੀਂ ਉੱਥੇ ਹੀ ਖਲੋ ਜਾਣਾ ਜਿੱਥੇ ਉਹ ਖਲੋਤਾ। ਇਸ ਕਰਕੇ ਆਪਣੇ ਆਪ ਨੂੰ ਬਚਾਓ। ਉਹਦੇ ਨਾਲ ਪ੍ਰੇਮ ਵੀ ਬੁਰਾ ਹੈ, ਉਹਦੇ ਨਾਲ ਵੈਰ ਵੀ ਬੁਰਾ ਹੈ। ਤੈਸੇ ਹੀ ਅਸਾਧ ਸੰਗ ਪ੍ਰੀਤ ਹੂੰ ਵਿਰੋਧ ਬੁਰੋ, ਲੋਕ ਪ੍ਰਲੋਕ ਦੁੱਖ ਦੋਖ ਨਾ ਡਰ। ਨਾ ਦੁੱਖ ਤੇ ਨਾ ਦੋਖ। ਜੇ ਉਹਦੇ ਨੇੜੇ ਹੋਵੋਗੇ ਤੇ ਦੋਖ ਐਬ ਦੇ ਸ਼ਿਕਾਰ ਹੋਵੋਗੇ, ਜੇ ਉਹਦੇ ਨਾਲ ਵੈਰ ਕਰੋਗੇ ਤੇ ਦੁੱਖ ਦੇ ਸ਼ਿਕਾਰ ਹੋਵੋਗੇ। ਦੁੱਖ ਤੇ ਦੋਖ ਦੋਵੇਂ ਹੀ ਤੁਹਾਡੇ ਜੀਵਨ ਚੋਂ। ਇਸ ਵਾਸਤੇ ਗਰੀਬ ਨਵਾਜ ਨੇ ਪ੍ਰੇਮ ਦਾ ਵੀ ਇੱਕ ਪੈਮਾਨਾ ਮਿੱਥਿਆ ਵੀ ਪ੍ਰੇਮ ਹਰ ਜਗ੍ਹਾ ਤੇ ਨਹੀਂ ਹੁੰਦਾ। ਸਤਿਕਾਰ ਦਾ ਵੀ ਇੱਕ ਪੈਮਾਨਾ ਮਿਲੇ, ਸਤਿਕਾਰ ਵੀ ਕਿਸੇ ਪੱਧਰ ਤੇ ਹੁੰਦਾ ਤੇ ਵੈਰ ਵੀ ਕਿਸੇ ਪੱਧਰ ਤੇ ਹੁੰਦਾ ਜੀ। ਵੈਰ ਦਾ ਵੀ ਕੋਈ ਪੈਮਾਨਾ ਹੁੰਦਾ। ਇਸ ਕਰਕੇ ਜਿਵੇਂ ਉਪਦੇਸ਼ ਗ੍ਰਹਿਣ ਕਰਨ ਦੀ ਇੱਕ ਅਵਸਥਾ ਹੁੰਦੀ ਹੈ ਤੇ ਉਪਦੇਸ਼ ਦੇਣ ਦੀ ਵੀ ਇੱਕ ਅਵਸਥਾ ਹੁੰਦੀ ਹੈ। ਹੁਣ ਇਸੇ ਤਰ੍ਹਾਂ ਜਿਹੜਾ ਹੈ, ਜਿਵੇਂ ਬੰਦਾ ਮਰੀਜ਼ ਹੈ, ਉਹਨੂੰ ਕੋਈ ਮਰਜ਼ ਹੈ ਤੇ ਤਾਂ ਉਸ ਮਰਜ਼ ਨੂੰ ਪਛਾਣ ਕੇ ਦਵਾਈ ਦਿਓਗੇ ਨਾ, ਪਹਿਲੋਂ ਥੋੜੀ ਦੇ ਦੋਗੇ ਵੀ ਇਹਨੂੰ ਇਹ ਤੰਦਰੁਸਤ ਹੈ, ਇਹਨੂੰ ਦਵਾਈ ਇਹੀ ਦੇ ਦਿਓ ਤਾਂ ਕਿ ਇਹਨੂੰ ਬਿਮਾਰੀ ਨਾ ਕੱਲ ਨੂੰ ਲੱਗੇ। ਹੋ ਸਕਦਾ ਤੁਹਾਡੀ ਦਵਾਈ ਨਾਲ ਹੀ ਬਿਮਾਰ ਹੋ ਜਾਏ। ਦਵਾਈ ਮਰਜ਼ ਵਿੱਚ ਦਿੱਤੀ ਜਾ ਸਕਦੀ ਹੈ ਤੇ ਦਵਾਈ ਦੇਣ ਵਾਲਾ ਵੀ ਪਰਫੈਕਟ ਹੋਣਾ ਚਾਹੀਦਾ, ਜਿਹਨੂੰ ਮਰਜ਼ ਦੀ ਪਛਾਣ। ਕਿੰਨੀਆਂ ਚੀਜ਼ਾਂ ਕਾਊਂਟ ਕਰਨੀਆਂ ਪੈਂਦੀਆਂ, ਨਹੀਂ ਤਾਂ ਫਾਰਮੇਸੀਆਂ ਭਰੀਆਂ ਪਈਆਂ ਨੇ, ਮੈਡੀਕਲ ਸਟੋਰ। ਸਾਡੇ ਘਰਾਂ 'ਚ ਹੀ ਕਿੰਨੀ ਦਵਾਈ ਪਈ ਹੁੰਦੀ ਆ, ਆਪਾਂ ਐਵੇਂ ਥੋੜੀ ਚੁੱਕ ਕੇ ਖਾ ਲੈਂਦੇ, ਨੁਕਸਾਨ ਕਰਦੀ ਹੈ। ਉਸ ਦਵਾਈ ਨੂੰ ਖਾਣ ਦਾ ਵੀ ਇੱਕ ਪੱਧਰ ਹੈ, ਜਿਹੜਾ ਦਵਾਈ ਦੇ ਰਿਹਾ ਉਹਦਾ ਵੀ ਇੱਕ ਪੱਧਰ ਹੈ, ਦਵਾਈ ਲੈਣ ਵਾਲੇ ਦਾ ਵੀ ਇੱਕ ਪੱਧਰ ਹੈ ਵੀ ਉਹ ਬੰਦਾ ਰੋਗੀ ਹੈ, ਪੇਸ਼ੈਂਟ ਹੈ, ਉਹਨੂੰ ਇਸ ਦਵਾਈ ਦੀ ਜ਼ਰੂਰਤ ਹੈ। ਨਹੀਂ ਜ਼ਰੂਰਤ ਤੇ ਕਿਉਂ ਖਾਏਗਾ? ਹਰ ਚੀਜ਼ ਜਿਹੜੀ ਹੈ ਉਹਦੀ ਇੱਕ ਜਗ੍ਹਾ ਬਣੀ ਹੈ ਕੁਦਰਤ ਵਿੱਚ। ਇਸ ਵਾਸਤੇ ਗਰੀਬ ਨਵਾਜ ਮਹਾਰਾਜ ਫਰਮਾਉਂਦੇ ਨੇ, ਹਰ ਜਸ ਸੁਨ ਹੈ ਨਾ ਹਰ ਗੁਣ ਗਾਵੈ। ਐਸੇ ਜੀਵਨ ਵਾਲੇ ਜੀਵ ਜਿਹੜੇ ਨੇ ਉਹ ਨਾ ਤਾਂ ਪਰਮੇਸ਼ਰ ਦੀ ਸਿਫਤ ਸਲਾਹ ਸੁਣਦੇ ਨੇ ਨਾ ਗਾਉਂਦੇ ਨੇ। ਭਾਵ ਉਹਨਾਂ ਨੇ ਆਪਣੇ ਕੰਨ ਵੀ ਚੰਗਿਆਈ ਵੱਲੋਂ ਮੂੰਦ ਲੈ ਬੰਦ ਕਰ ਲਏ। ਜ਼ੁਬਾਨ ਤੋਂ ਵੀ ਕਦੇ ਚੰਗੀ ਸਚਿਆਰੀ ਗੱਲ ਉਹਨਾਂ ਦੇ ਰਸਨਾ ਤੋਂ ਨਹੀਂ ਨਿਕਲੇ, ਕਦੇ ਨਹੀਂ। ਨਾ ਚੰਗੀ ਗੱਲ ਸੁਣਨੀ ਹੈ ਤੇ ਨਾ ਕਿਸੇ ਮਾਸ਼ਰੇ 'ਚ ਬਹਿ ਕੇ ਚੰਗੀ ਗੱਲ ਕਰਨੀ ਹੈ। ਬਾਤ ਨਹੀਂ ਅਸਮਾਨ ਗਿਰਾਵੇ, ਪਰ ਗੱਲਾਂ ਇਹ ਕਰਨੀਆਂ ਨੇ ਵੀ ਅਸਮਾਨ ਜ਼ਮੀਨ ਤੇ ਲੈ ਆਉਣਾ, ਅਸਮਾਨ ਸੁੱਟ ਲਓ, ਅਸਮਾਨ ਗਿਰਾ। ਬੜੇ ਸਿੱਧੇ ਜਿਹੇ ਸਪਸ਼ਟ ਜਿਹੇ ਸ਼ਬਦ ਭਗਤ ਜੀ ਨੇ ਵਰਤੇ। ਗੱਲੀ ਬਾਤੀ ਉਹ ਅਸਮਾਨ ਗੇਰਦੇ ਨੇ, ਆਕਾਸ਼ ਸੁੱਟਦੇ, ਮੈਂ ਆਹ ਕੀਤਾ, ਮੈਂ ਉਹ ਕੀਤਾ, ਮੈਂ ਕਰ ਸਕਦਾ, ਮੈਂ ਆਹ ਕਰ ਸਕਦਾ। ਜਾਨੀ ਕਿ ਚੰਗਿਆਈ ਹੈ ਨਹੀਂ, ਪਰ ਹਰ ਚੰਗਿਆਈ ਦਾ ਕ੍ਰੈਡਿਟ ਉਹਨਾਂ ਨੇ ਲੈਣਾ। ਕਿਤੇ ਵੀ ਚੰਗਿਆਈ ਵਾਪਰ ਜਾ, ਉਹਨਾਂ ਕਹਿਣਾ ਵੀ ਮੈਂ ਸਾਂ ਤਾਂ ਹੋਇਆ, ਮੈਂ ਨਾ ਹੁੰਦਾ ਤੇ ਹੋਣਾ ਨਹੀਂ ਸੀ। ਤੇ ਆਪਣੇ ਆਪ ਨੂੰ ਸ਼ੋਭਾ ਤੇ ਵਡਿਆਈ ਖੁਦ ਹੀ ਦੇਣ ਦਾ ਹਮੇਸ਼ਾ ਯਤਨ ਕਰਦੇ ਰਹਿਣਾ। ਬਾਤ ਨਹੀਂ ਅਸਮਾਨ ਗਿਰਾ। ਫਿਰ ਕਹਿੰਦੇ ਨੇ ਆਪ ਨਾ ਦੇ ਚੁਰੂ ਭਰ ਪਾਣੀ। ਉਹਨਾਂ ਦਾ ਇੱਕ ਸੁਭਾਅ ਹੋਰ ਹੁੰਦਾ ਹੈ ਵੀ ਚੁੱਲੂ ਭਰ ਪਾਣੀ, ਯਾਨੀ ਕਿ ਘੁੱਟ ਪਾਣੀ ਦੀ ਨਹੀਂ ਕਿਸੇ ਨੂੰ ਦੇਣ ਜੋਗੇ। ਜਦੋਂ ਉਹਨਾਂ ਦੀ ਮਦਦ ਦੀ ਲੋੜ ਪਏ ਨਾ, ਕਿਨਾਰਾ ਕਰ ਜਾਣ, ਪਾਸੋਂ ਦੀ ਨਿਕਲ ਜਾਣ। ਤੇ ਨਿੰਦਾ ਜੇ ਗੰਗਾ ਨਹੀਂ, ਪਰ ਉਹਨਾਂ ਨੇ ਨਿੰਦਣਾ ਉਹਨਾਂ ਨੂੰ ਹੁੰਦਾ ਹੈ, ਉਹਨਾਂ ਨੇ ਬਦਖੋਈ ਉਹਨਾਂ ਦੀ ਕਰਨੀ ਹੁੰਦੀ ਹੈ ਜਿਨ੍ਹਾਂ ਨੇ ਕੁਝ ਕੀਤਾ ਹੈ ਜਾਂ ਜਿਹੜੇ ਕੁਝ ਕਰ ਰਹੇ ਹੋਣ। ਉਹਨਾਂ ਨੇ ਆਪਣੇ ਆਪ ਨੂੰ ਕੰਪੇਅਰ ਹਮੇਸ਼ਾ ਉਹਨਾਂ ਬੰਦਿਆਂ ਨਾਲ, ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਸੀ, ਵੈਰ ਉਹਨਾਂ ਬੰਦਿਆਂ ਨਾਲੋਂ ਨਾ ਪਾਉਣਾ ਹੈ, ਬਦਖੋਈ ਉਹਨਾਂ ਦੀ ਕਰਨੀ ਜਿਹੜੇ ਕੁਝ ਚੰਗਾ ਕਰ ਰਹੇ ਨੇ ਜਾਂ ਜਿਨ੍ਹਾਂ ਕੀਤਾ ਹੈ ਜਾਂ ਜਿਨ੍ਹਾਂ ਦੇ ਕਰਨ ਦੀ ਸੰਭਾਵਨਾ ਹੁੰਦੀ, ਆਪ ਕੁਝ ਨਹੀਂ ਕਰਦਾ। ਇਸ ਵਾਸਤੇ ਇਹ ਸੁਭਾਅ ਹੈ। ਫਿਰ ਅੱਗੇ ਜਾ ਕੇ ਕਹਿੰਦੇ ਨੇ, ਬੈਠਤ ਉਠਤ ਕੁਟਿਲਤਾ ਚੱਲ। ਉੱਠਦਿਆਂ ਬਹਿੰਦਿਆਂ ਵਿੰਗੀਆਂ ਟੇਢੀਆਂ ਚਾਲਾਂ ਚੱਲਦੇ ਰਹਿਣ। ਕੁਟਿਲਤਾ ਦਾ ਮਤਲਬ ਹੁੰਦਾ ਕਪਟ ਰੱਖ ਕੇ ਕੋਈ ਚਾਲ ਚੱਲ। ਜਿੱਥੇ ਬੈਠਣਾ, ਜਿੱਥੇ ਉੱਠਣਾ, ਜਿੱਥੇ ਜਾਣਾ, ਬਸ ਉਹੀ ਜਾਲ ਬੁਣੀ ਤੁਰੇ ਜਾ।
ਤੇ ਆਪਣੇ ਜਾਲ ਬੁਣਨ ਵਾਲੇ ਹੋਰ ਹਮਾਇਤੀ ਇਕੱਠੇ ਕਰਦੇ ਰਹੇ। ਆਦਤ ਤੇ ਸੁਭਾਅ ਤੋਂ ਮਜਬੂਰ ਨੇ। ਤੇ ਵਿੰਗੀਆਂ ਟੇਢੀਆਂ ਚਾਲਾਂ, ਸਾਜ਼ਿਸ਼ਾਂ ਤੋਂ ਪ੍ਰਾਪੋਗੰਡਾ ਕਰਦੇ ਰਹਿਣਗੇ। ਕਹਿੰਦੇ ਨੇ ਆਪ ਤਾਂ ਉਹ ਗਏ ਗੁਜ਼ਰੇ ਹੁੰਦੇ ਨੇ, ਔਰਨ ਹੂੰ ਘਾਲੇ, ਬਾਕੀਆਂ ਨੂੰ ਵੀ ਗਿਆ ਗੁਜ਼ਰਿਆ ਕਰਦੇ ਨੇ। ਜਿੰਨੇ ਉਹਨਾਂ ਦੇ ਪ੍ਰਭਾਵ ਚ ਆਉਣਗੇ ਉਹਨਾਂ ਵਰਗੇ ਗਏ ਗੁਜ਼ਰੇ ਹੀ ਹੋ ਜਾਣ। ਫਿਰ ਫਰਮਾਉਂਦੇ ਨੇ ਛਾੜ ਕੁ ਚਰਚਾ ਆਨ ਨਾ ਜਾਣਾ। ਭੈੜੀ ਕਿਸਮ ਦੀ ਚਰਚਾ ਕਰਨਗੇ, ਮੈਂ ਕੋਈ ਉਸਾਰੂ ਬਾਤ ਨਹੀਂ ਕਰਨਗੇ, ਕੋਈ ਭਲੇ ਦੀ ਗੱਲ ਨਹੀਂ ਕਰਨਗੇ। ਮੁਸ਼ਕਿਲਾਂ ਘਟਾਉਣ ਵਾਲਾ ਕੋਈ ਮਸਲਾ ਉਹਨਾਂ ਕੋਲ, ਮੁਸ਼ਕਿਲਾਂ ਵਧਾਉਣ ਵਾਲਾ ਹੀ ਹਰ ਵੇਲੇ ਸੁਭਾਅ ਬਣਿਆ ਵੀ ਵੱਧਦੀਆਂ ਤੁਰੀਆਂ ਜਾਣ, ਵੱਧਦੀਆਂ ਤੁਰੀਆਂ ਜਾਣ। ਤੁਸੀਂ ਆਪ ਕੈਸਾ ਇਨਵਾਇਰਮੈਂਟ ਹੈ, ਕਿਹੋ ਜਿਹਾ ਜੀਵਨ ਹੈ, ਕਿਹੋ ਜਿਹੀ ਜੀਵਨ ਜੁਗਤੀ ਹੈ, ਜਿੱਥੇ ਇੱਕ ਤਾਂ ਮੁਸ਼ਕਿਲ ਹੈ, ਕਮੀ ਹੈ, ਉਹਨੂੰ ਦੂਰ ਕਰਨ ਦੀ ਬਜਾਏ, ਘਟਾਉਣ ਦੀ ਬਜਾਏ, ਉਹ ਸੁਲਝਣ ਨੂੰ ਸੁਲਝਾਉਣ ਦੀ ਬਜਾਏ ਕੋਈ ਯਤਨ ਕਰਨਾ ਹੁੰਦਾ ਹੈ, ਤੇ ਉਹ ਬੰਦੇ ਉਸ ਨੂੰ ਹੋਰ ਉਲਝਾਉਣ ਦੀ ਕੋਸ਼ਿਸ਼ ਕਰਦੇ, ਹੋਰ ਉਸ ਵਿੱਚ ਖਰਾਬੀ ਪੈਦਾ ਕਰਨ। ਉਹਨੂੰ ਕਹਿੰਦੇ ਨੇ ਛਾੜ ਕੋ ਚਰਚਾ ਆਨ ਨਾ ਜਾਣਾ। ਉਹ ਕੁਚਰਚਾ, ਭੈੜੀ ਕਿਸਮ ਦੀ ਚਰਚਾ, ਬਦਖੋਈ ਕਿਸਮ ਦੀ ਚਰਚਾ, ਚੁਗਲੀ ਤੇ ਨਿੰਦਿਆ ਕਿਸਮ ਦੀ ਚਰਚਾ, ਮਸਲੇ ਵਿਗਾੜਨ ਵਾਲੀ ਚਰਚਾ ਹਮੇਸ਼ਾ ਕਰਦੇ ਰਹਿਣ। ਹੋਰ ਕੁਝ ਉਹ ਜਾਣਦੇ ਨਹੀਂ, ਇਹੀ ਜਾਣਦੇ ਨੇ, ਉਹ ਕਰਦੇ। ਜੋ ਬੰਦਾ ਜਾਣਦਾ ਉਹੀ ਕਰੇਗਾ, ਜੋ ਉਹਨੂੰ ਕਰਨਾ ਨਹੀਂ ਆਉਂਦਾ ਉਹ ਕਿਵੇਂ ਕਰੇ। ਜੋ ਉਹਨਾਂ ਨੇ ਸਿੱਖਿਆ ਹੈ, ਜੋ ਉਹਨਾਂ ਦੀ ਬਣਤਰ 'ਚ ਹੈ। ਫਿਰ ਕਹਿੰਦੇ ਬ੍ਰਹਮਾ ਉਹ ਕੋ ਕਹੇ, ਭਾਵੇਂ ਬ੍ਰਹਮਾ ਵੀ ਆ ਜਾਏ ਨਾ 4 ਵੇਦ ਲੈ ਕੇ, ਉਹ ਉਹਦੀ ਵੀ ਨਹੀਂ ਗੱਲ ਸੁਣ। ਜਾਨੀ ਕਿ ਸਿਆਣੇ ਤੋਂ ਸਿਆਣੇ ਬੰਦੇ ਦੀ ਵੀ ਗੱਲ ਉਹਨਾਂ ਲਈ ਦਰਕਨਾਰ ਹੈ, ਫਜ਼ੂਲ ਹੈ। ਵੈਸੇ ਵੀ ਇੱਕ ਨੁਕਤਾ ਧਿਆਨ 'ਚ ਰੱਖੀਏ, ਬੰਦਾ ਆਪਣੇ ਉੱਤੇ ਟੈਗ ਲਾ ਕੇ ਨਾ ਮੈਂ ਸਿਆਣਾ, ਹਰ ਬੰਦਾ ਹੀ ਟੈਗ ਲਾਉਂਦਾ। ਕੌਣ ਹੈ ਆਪਣੇ 'ਚੋਂ ਕਿਹੜਾ ਜਿਹੜਾ ਕਹਿੰਦਾ ਮੈਂ ਕਮਣਾ? ਤੁਸੀਂ ਸਿਆਣੇ ਉਹਨਾਂ ਲਈ ਹੋ ਜਿਨ੍ਹਾਂ ਨੂੰ ਤੁਹਾਡੀ ਸਿਆਣਪ ਦੀ ਸਮਝ ਆਉਂਦੀ ਹੈ। ਤੁਸੀਂ ਅਕਲਮੰਦ ਉਹਨਾਂ ਲਈ ਹੋ ਜਿਨ੍ਹਾਂ ਦੇ ਅੰਦਰ ਕੁਝ ਅਕਲ ਗ੍ਰਹਿਣ ਕਰਨ ਦਾ ਮਾਦਾ ਹੈ। ਚੰਦਨ ਦਾ ਬੂਟਾ ਵੀ ਤੁਸੀਂ ਕੁਥਾਏ ਲਾ ਦਿਓ ਨਾ, ਕੁਥਾਏ, ਜਿੱਥੇ ਉਹਨੇ ਹੋਣਾ ਨਹੀਂ, ਜਿੱਥੇ ਉਹਦਾ ਇਨਵਾਇਰਮੈਂਟ ਨਹੀਂ, ਉੱਥੇ ਬੂਟਾ ਵੀ ਸੁੱਕ ਜਾਂਦਾ ਜੀ। ਉਹ ਮਿੱਟੀ ਚੰਦਨ ਦੇ ਬੂਟੇ ਨੂੰ ਵੀ ਪਾਲ ਨਹੀਂ ਸਕਦੀ। ਬੰਜਰ ਭੂਮੀ ਜਿਹਨੂੰ ਆਪਾਂ ਕਹਿ ਦਿੰਦੇ, ਬੰਜਰ ਭੂਮੀ ਤੁਸੀਂ ਚੰਦਨ ਲਾ ਦਿਓ, ਕੀ ਫਰਕ ਪੈਂਦਾ? ਸੁੱਕ ਜਾਏਗਾ। ਜ਼ਰਖੇਜ਼ ਭੂਮੀ ਦੇ ਵਿੱਚ ਕੋਈ ਵੀ ਬੀਜ ਸੁੱਟ ਦਿਓ, ਉੱਗ ਪਏ। ਜਿਨ੍ਹਾਂ ਦੀ ਹਿਰਦੇ ਦੀ ਭੂਮੀ ਬੰਜਰ ਹੈ, ਉੱਥੇ ਚੰਦਨ ਕੀ ਕਰੇ? ਚੰਦਨ ਦਾ ਬੂਟਾ ਕੀ ਕਰੇ? ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਪ ਗਏ ਔਰਨ ਹੂੰ ਖੋਵੈ। ਉਹ ਆਪ ਤਾਂ ਗਏ ਦਾ ਮਤਲਬ ਹੁੰਦਾ ਹੈ ਕੁਰਾਏ ਪੈ ਗਏ ਹਨ। ਆਪ ਤਾਂ ਉਹ ਕੁਰਾਏ ਪਏ ਹੀ ਹੋਏ ਨੇ। ਔਰਨ ਹੂੰ ਖੋਵੈ, ਹੋਰਨਾਂ ਨੂੰ ਵੀ ਖੁੰਝਾਉਂਦੇ ਨੇ, ਹੋਰਨਾਂ ਨੂੰ ਵੀ ਕੁਰਾਏ ਪਾ ਦਿੰਦੇ। ਆਗ ਲਗਾਏ ਮੰਦਰ ਮੈਂ ਸੋ। ਉਹ ਏਡੀਆਂ ਏਡੀਆਂ ਗੱਲਾਂ ਕਰਨ ਵਾਲੇ ਅਸਲ ਵਿੱਚ ਇਹੋ ਜਿਹੇ ਨੇ ਵੀ ਇੱਕ ਘਰ ਨੂੰ ਅੱਗ ਲਾ ਕੇ ਤੇ ਉਹਦੇ ਵਿੱਚ ਹੀ ਪਲੰਘ ਡਾ ਕੇ ਸੌਂ ਜਾਂਦੇ ਨੇ। ਇਹਦਾ ਭਾਵ ਕੀ ਹੈ? ਵੀ ਆਪਣਾ ਇਨਵਾਇਰਮੈਂਟ ਆਲੇ ਦੁਆਲੇ ਹੋਰਨਾਂ ਲੋਕਾਂ ਵਿੱਚ ਵੀ ਜ਼ਹਿਰ ਫੈਲਾ ਕੇ ਨਾ, ਤੇ ਉਹ ਸੋਚਦੇ ਨੇ ਵੀ ਚਲੋ ਆਪਣਾ ਕੰਮ ਹੋਇਆ, ਆਪਾਂ ਹੁਣ ਸੁਖੀ ਰਵਾਂਗੇ। ਪਰ ਉਹ ਇਹ ਨਹੀਂ ਜਾਣਦੇ ਵੀ ਜਿਹੜਾ ਆਲੇ ਦੁਆਲੇ ਜ਼ਹਿਰ ਪਸਾਰਿਆ ਜਾਣਾ ਕਿੱਥੇ ਹੈ। ਇਹਨੇ ਤੁਹਾਡੇ ਘਰ ਦੀਆਂ ਬਰੂਆਂ ਵੀ ਟੱਪ ਆਉਣਾ, ਇਹਨੇ ਤੁਹਾਡੇ ਤੇ ਵੀ ਉਲਟਾ ਅਸਰ ਕਰਨਾ ਹੀ ਕਰਨਾ। ਜਿਵੇਂ ਕੋਈ ਸਾਰੇ ਮਹੱਲੇ ਨੂੰ ਅੱਗ ਲਾਵੇ ਤੇ ਆਪਣੇ ਘਰ ਆ ਕੇ ਤੇ ਹੱਸ ਪਵੇ ਤੇ ਆ ਕੇ ਲਓ ਜੀ ਹੁਣ ਕੋਈ ਘਰ ਨਹੀਂ ਬਚਣਾ। ਪਰ ਉਹਨੂੰ ਇਹ ਨਹੀਂ ਪਤਾ ਵੀ ਕੰਧਾਂ ਸਾਂਝੀਆਂ ਨੇ। ਜੇ ਸਾਰੇ ਘਰ ਸੜਨਗੇ ਤੇ ਮੇਰਾ ਘਰ ਕਿਵੇਂ ਬਚੇਗਾ? ਆਗ ਲਗਾਏ ਮੰਦਰ ਮੈਂ ਸੋਵਨ। ਜਾਨੀ ਕਿ ਆਲੇ ਦੁਆਲੇ ਦੀ ਬੁਰਾਈ ਕਰਦੇ ਨੇ ਤੇ ਖੁਦ ਚੰਗੇ ਬਣਨ ਦਾ ਯਤਨ ਕਰਦੇ ਨੇ, ਪਰ ਇਸ ਤਰ੍ਹਾਂ ਹੋਣਾ ਨਹੀਂ। ਇਹ ਵੀ ਇੱਕ ਕਿਸਮ ਦੀ ਅੱਗ ਹੈ ਜਿਹੜੀ ਉਹ ਫੈਲਾਉਂਦੇ ਨੇ। ਅਵਰਨ ਹਸਤ ਆਪ ਹੈ ਕਾਨੇ। ਦੂਜਿਆਂ ਤੇ ਹੱਸਦੇ ਨੇ ਪਰ ਆਪ ਉਹ ਕਾਣੇ ਨੇ। ਜਾਨੀ ਕਿ ਆਪ ਖੋਟੇ ਨੇ, ਦੂਜਿਆਂ ਦਾ ਮਖੌਲ ਉਡਾਉਂਦੇ, ਦੂਜਿਆਂ ਤੇ ਹਾਸਾ ਕਰਦੇ, ਦੂਜਿਆਂ ਨੂੰ ਜ਼ਲੀਲ ਕਰਦੇ।
ਫਿਰ ਕਹਿੰਦੇ ਨੇ ਤਿਨ ਕਉ ਦੇਖ ਕਬੀਰ ਲਜਾਨੇ। ਕਬੀਰ ਜੀ ਆਖਦੇ ਐਸੇ ਲੋਕਾਂ ਨੂੰ ਵੇਖ ਕੇ ਤੇ ਸ਼ਰਮ ਹੀ ਮਹਿਸੂਸ ਹੁੰਦੀ ਹੈ। ਲਜਾਨੇ ਦਾ ਅਰਥ ਹੁੰਦਾ ਲੱਜਾ ਆਉਣੀ। ਐਸੇ ਲੋਕਾਂ ਨੂੰ ਦੇਖ ਕੇ ਲੱਜਾ ਆਉਂਦੀ। ਕੈਸੇ ਜੀਵਨ ਹਨ ਇਹਨਾਂ ਦੇ। ਐਸੇ ਮਨੁੱਖ ਨਾਲ ਵੈਰ ਵੀ ਤੇ ਪ੍ਰੀਤ ਵੀ। ਦੋਨਾਂ ਤੋਂ ਹੀ ਮਨੁੱਖ ਨੂੰ, ਅਕਲਮੰਦ ਮਨੁੱਖ ਨੂੰ ਪਾਬੰਦੀ ਰੱਖਣੀ ਚਾਹੀਦੀ, ਦੂਰੀ ਰੱਖਣੀ ਚਾਹੀਦੀ। ਉਸ ਦੂਰੀ ਵਿੱਚ ਹੀ ਤੁਹਾਡੇ ਅੰਦਰ ਨੂੰ ਸਕੂਨ ਹੈ ਤੇ ਤੁਸੀਂ ਆਪਣਾ ਕਾਰਜ ਆਰਾਮ ਨਾਲ ਕਰ ਸਕਦੇ ਹੋ। ਇਸ ਵਾਸਤੇ ਸਾਨੂੰ ਇੱਕ ਜੀਵਨ ਜੋਤੀ ਸਮਝਾਈਏ ਕਿ ਗੁਰਮੁਖ ਨੇਕ ਚੰਗੇ ਧਰਮੀ ਬਣੇ ਰਹਿਣ ਵਾਸਤੇ ਤੁਹਾਨੂੰ ਕੁਝ ਚੀਜ਼ਾਂ ਦੇ ਪਰਹੇਜ਼ ਵੀ ਰੱਖਣੇ ਪੈਣਗੇ ਤੇ ਉਹਦੇ ਵਿੱਚੋਂ ਆਹ ਜਿਹੜਾ ਇੱਕ ਕਰੈਕਟਰ ਹੈ ਇਹਦਾ ਵੀ ਪਰਹੇਜ਼ ਕਰਨਾ ਪਏਗਾ। ਸਾਹਿਬ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ, ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।